10ਵੀਂ ਜਮਾਤ ਦੀ ਗਣਿਤ ਦਾ ਅਭਿਆਸ 15 ਸੰਭਾਵਨਾ ਸ਼ੁਰੂ ਕਰਨ ਜਾ ਰਹੇ ਹਾਂ। ਤੁਸੀਂ ਦੇਖਿਆ ਹੋਣਾ ਦੈਨਿਕ ਜੀਵਨ ਦੇ ਵਿੱਚ ਤੁਹਾਡੇ ਵੱਡੇ ਬਜ਼ੁਰਗ ਘਰ ਦੇ ਵਿੱਚ ਬੈਠੇ ਬੈਠੇ ਤੁਹਾਨੂੰ ਮੀਂਹ ਬਾਰੇ ਪਹਿਲਾਂ ਦੱਸ ਦਿੰਦੇ ਆ ਕਿ ਮੀਂਹ ਪਏਗਾ ਜਾਂ ਨਹੀਂ ਪਏਗਾ। ਉਹਨਾਂ ਨੇ ਵੇਖਿਆ ਕੀ ਹੁੰਦਾ ਹੈ, ਆਸੇ-ਪਾਸੇ ਦੇ ਮਾਹੌਲ ਦੇ ਵਿੱਚ ਗਰਮੈਸ਼ ਵੱਧ ਰਹੀ ਹੁੰਦੀ ਹੈ, ਮੱਖੀਆਂ ਵੱਧ ਪਿੰਡ ਬਣਾ ਰਹੀਆਂ ਹੁੰਦੀਆਂ ਅਤੇ ਅਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਹੁੰਦੇ ਹੈ। ਤਾਂ ਉਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਆਪਣਾ ਪਹਿਲਾ ਅੰਦਾਜ਼ਾ ਲਾ ਕੇ ਦੱਸ ਦਿੰਦੇ ਹੈ ਕਿ ਅੱਜ ਮੀਂਹ ਪਏਗਾ। ਅਤੇ ਤੁਸੀਂ ਹੈਰਾਨ ਹੋ ਜਾਂਦੇ ਹੋ ਕਿ ਜਦੋਂ ਉਹਨਾਂ ਨੇ ਕਿਹਾ ਹੁੰਦਾ ਮੀਂਹ ਪਏਗਾ, ਉਹ ਵਾਕਈ ਮੀਂਹ ਪੈ ਚੁੱਕਾ ਹੁੰਦਾ ਹੈ। ਆਖਿਰ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਅੱਜ ਮੀਂਹ ਪੈਣਾ ਹੈ ਜਾਂ ਨਹੀਂ ਪੈਣਾ? ਤਾਂ ਜੇ ਤੁਸੀਂ ਉਹਨਾਂ ਨੂੰ ਪੁੱਛੋ ਤਾਂ ਉਹ ਦੱਸਦੇ ਹੈ ਕਿ ਸਾਨੂੰ ਲੱਗ ਰਹੀ ਸੀ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਹੁਣ ਸੰਭਾਵਨਾ ਸ਼ਬਦ ਆਇਆ ਕਿੱਥੋਂ? ਇਹਦਾ ਮਤਲਬ ਕੀ ਹੈ? ਅਸਲ ਦੇ ਵਿੱਚ ਹੁੰਦਾ ਕੀ ਹੈ, ਕੋਈ ਵੀ ਘਟਨਾ ਦੇ ਵਾਪਰਨ ਜਾਂ ਹੋਣ ਦੇ ਮੌਕਿਆਂ ਨੂੰ ਕੁਆਂਟੀਫਾਈ ਕਰਨ ਲਈ ਭਾਵ ਸੰਖਿਆਤਮਕ ਰੂਪ ਦੇਣ ਦੀ ਪ੍ਰਕਿਰਿਆ ਸੰਭਾਵਨਾ ਕਹਾਉਂਦੀ ਹੈ। ਮੰਨ ਲਵੋ ਕਿ ਕੋਈ ਵੀ ਘਟਨਾ ਈ ਨੇ ਵਾਪਰਨਾ ਹੈ, ਤਾਂ ਘਟਨਾ ਈ ਦੇ ਵਾਪਰਨ ਲਈ ਸੰਭਾਵਨਾ ਦਾ ਸੂਤਰ ਕੀ ਹੋਏਗਾ? ਇਹ ਹੋਏਗਾ ਜੀ ਸਾਡੇ ਅਨੁਕੂਲ ਪਰਿਣਾਮਾਂ ਦੀ ਗਿਣਤੀ ਅਤੇ ਕੁੱਲ ਪਰਿਣਾਮਾਂ ਦੀ ਗਿਣਤੀ ਦਾ ਅਨੁਪਾਤ। ਸੰਭਾਵਨਾ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬੇਬਿਲਿਟੀ ਕਿਹਾ ਜਾਂਦਾ ਹੈ। ਸੋ ਇਸ ਕਰਕੇ ਸ਼ਾਰਟਕਟ ਦੇ ਵਿੱਚ ਲਿਖਣ ਲਈ ਪੀ ਕੈਪੀਟਲ ਲਗਾ ਕੇ ਬ੍ਰੈਕਟ ਦੇ ਵਿੱਚ ਕੋਈ ਵੀ ਇਵੈਂਟ ਯਾਨੀ ਕਿ ਕੋਈ ਵੀ ਘਟਨਾ ਜਿਸ ਦੇ ਵਾਪਰਨ ਲਈ ਤੁਸੀਂ ਸੰਭਾਵਨਾ ਦਾ ਸੂਤਰ ਲਿਖਣਾ ਚਾਹੁੰਦੇ ਹੋ ਤਾਂ ਬਾਹਰ ਕੈਪੀਟਲ ਪੀ ਪਾ ਕੇ ਬ੍ਰੈਕਟ ਦੇ ਵਿੱਚ ਉਹ ਲਿਖ ਦੇਣਾ ਅਤੇ ਉਹਦਾ ਸੂਤਰ ਹੋ ਗਿਆ ਜੀ ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟਾ ਕੁੱਲ ਪਰਿਣਾਮਾਂ ਦੀ ਗਿਣਤੀ। ਹੁਣ ਇੱਥੇ ਪ੍ਰਸ਼ਨ ਇਹ ਪੈਦਾ ਹੋਇਆ ਵੀ ਇਹ ਅਨੁਕੂਲ ਪਰਿਣਾਮ ਕੀ ਹੈ ਅਤੇ ਕੁੱਲ ਪਰਿਣਾਮ ਕੀ ਹੈ। ਚਲੋ ਕੁੱਲ ਪਰਿਣਾਮ ਦਾ ਤਾਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਵੀ ਕੋਈ ਵੀ ਘਟਨਾ ਨੇ ਹੋਣਾ ਹੈ, ਵਾਪਰਨਾ ਹੈ, ਤਾਂ ਉਸ ਤੋਂ ਸਾਨੂੰ ਕੁੱਲ ਰਿਜ਼ਲਟ ਕੁੱਲ ਨਤੀਜੇ ਕਿਹੜੇ ਕਿਹੜੇ ਮਿਲਣਗੇ। ਉਦਾਹਰਨ ਵਜੋਂ ਮੰਨ ਲਓ ਮੈਂ ਇੱਕ ਸਿੱਕਾ ਉਛਾਲਿਆ। ਜੇ ਇੱਕ ਸਿੱਕਾ ਉਛਾਲਿਆ ਤਾਂ ਇੱਕ ਸਿੱਕੇ ਦੇ ਕੀ ਹੋਏਗਾ ਜੀ? ਨੋਟ ਕਰੋ, ਜਦੋਂ ਤੁਸੀਂ ਇੱਕ ਸਿੱਕਾ ਉਛਾਲਦੇ ਹੋ ਉਹਦੇ ਇੱਕ ਪਾਸੇ ਤਾਂ ਹੈੱਡ ਆਉਂਦਾ ਜੀ, ਜਿਹਨੂੰ ਤੁਸੀਂ ਚਿੱਤ ਵੀ ਕਹਿ ਦਿੰਦੇ ਹੋ ਪੰਜਾਬੀ ਦੇ ਵਿੱਚ। ਪਿਛਲੇ ਪਾਸੇ ਆਉਂਦਾ ਜੀ ਉਸ 'ਤੇ ਟੇਲ, ਜਿਹਨੂੰ ਪੱਟ ਵੀ ਕਹਿ ਦਿੰਦੇ ਹੋ। ਯਾਨੀ ਕਿ ਇੱਕ ਸਿੱਕਾ ਉਛਾਲਿਆ ਜੇਕਰ ਤਾਂ ਤੁਹਾਨੂੰ ਕਿਹੜੇ ਕਿਹੜੇ ਕੁੱਲ ਪਰਿਣਾਮ ਮਿਲ ਸਕਦੇ ਆ? ਜਾਂ ਤਾਂ ਹੈੱਡ ਮਿਲੇਗਾ ਜਾਂ ਟੇਲ ਮਿਲੇਗਾ। ਅਤੇ ਨੋਟ ਕਰੋ ਇਹਨਾਂ ਦੀ ਗਿਣਤੀ ਕਿੰਨੀ ਹੈ ਜੀ? 2। ਇਸੇ ਤਰੀਕੇ ਨਾਲ ਜੇ ਤੁਸੀਂ 2 ਸਿੱਕੇ ਉਛਾਲਦੇ ਹੋ ਤਾਂ ਤੁਹਾਨੂੰ ਹੈੱਡ ਦੇ ਨਾਲ ਹੈੱਡ ਮਿਲ ਜਾਏਗਾ, ਪਹਿਲੇ ਸਿੱਕੇ 'ਤੇ ਵੀ ਹੈੱਡ ਦੂਸਰੇ 'ਤੇ ਵੀ ਹੈੱਡ, ਜਾਂ ਪਹਿਲੇ 'ਤੇ ਹੈੱਡ ਦੂਸਰੇ 'ਤੇ ਟੇਲ ਮਿਲ ਜਾਏਗੀ, ਜਾਂ ਪਹਿਲੇ 'ਤੇ ਟੇਲ ਦੂਸਰੇ 'ਤੇ ਹੈੱਡ, ਜਾਂ ਦੋਨਾਂ ਦੇ ਉੱਤੇ ਟੇਲ 'ਤੇ ਟੇਲ। ਹੁਣ ਨੋਟ ਕਰੋ ਇਹਨਾਂ ਦੀ ਗਿਣਤੀ ਕਿੰਨੀ ਹੈ ਜੀ? 4। ਇਸੇ ਤਰੀਕੇ ਨਾਲ ਜੇ ਤੁਸੀਂ 3 ਸਿੱਕੇ ਉਛਾਲੋਗੇ, 3 ਸਿੱਕੇ, ਤਾਂ ਤੁਹਾਨੂੰ ਕਿਹੜੇ ਕਿਹੜੇ ਨਤੀਜੇ ਉਹਨਾਂ ਤੋਂ ਪ੍ਰਾਪਤ ਹੋ ਸਕਦੇ ਹੈ? ਜਾਂ ਤਾਂ ਪਹਿਲੇ 'ਤੇ ਵੀ ਹੈੱਡ ਦੂਜੇ 'ਤੇ ਵੀ ਹੈੱਡ ਤੀਸਰੇ 'ਤੇ ਵੀ ਹੈੱਡ, ਜਾਂ ਪਹਿਲੇ ਦੋਹਾਂ 'ਤੇ ਹੈੱਡ ਤੀਸਰੇ ਸਿੱਕੇ 'ਤੇ ਹੁਣ ਟੇਲ ਆ ਗਈ। ਅਤੇ ਹੁਣ ਹੋ ਸਕਦਾ ਜੀ ਟੇਲ ਦੂਸਰੇ ਸਿੱਕੇ 'ਤੇ ਆਈ ਹੋਵੇ, ਤੀਸਰੇ 'ਤੇ ਹੈੱਡ ਆਇਆ ਹੋਵੇ, ਜਾਂ ਟੇਲ ਪਹਿਲੇ ਸਿੱਕੇ 'ਤੇ ਬਾਕੀ ਦੋਹਾਂ 'ਤੇ ਹੈੱਡ। ਇਸੇ ਤਰੀਕੇ ਨਾਲ ਸਿਰਫ ਪਹਿਲੇ 'ਤੇ ਹੈੱਡ ਬਾਕੀ ਦੋਹਾਂ 'ਤੇ ਟੇਲ, ਟੇਲ ਹੈੱਡ ਟੇਲ, ਟੇਲ ਟੇਲ ਹੈੱਡ, ਜਾਂ ਤਿੰਨੇ ਸਿੱਕਿਆਂ ਦੇ ਉੱਤੇ ਤੁਹਾਨੂੰ ਟੇਲ ਮਿਲੇ ਤਾਂ 3 ਸਿੱਕੇ ਉਛਾਲਣ ਉੱਤੇ ਤੁਹਾਨੂੰ ਇਹੀ ਪਰਿਣਾਮ ਪ੍ਰਾਪਤ ਹੋਣਗੇ। ਇਹਨਾਂ ਦੀ ਥੋੜ੍ਹਾ ਗਿਣਤੀ ਚੈੱਕ ਕਰੋ ਜੀ ਕਿੰਨੀ ਹੈ। ਕੁੱਲ ਗਿਣਤੀ 8 ਹੈ। ਨੋਟ ਕਰੋ ਮੈਂ 2 ਨੂੰ ਲਿਖ ਸਕਦਾ 2 ਦੀ ਘਾਤ 1, 4 ਨੂੰ ਲਿਖ ਸਕਦਾ 2 ਦੀ ਘਾਤ 2, ਤਾਂ 8 ਹੋ ਗਿਆ ਜੀ 2 ਦੀ ਘਾਤ 3। ਤੁਹਾਨੂੰ ਹੈਰਾਨੀ ਨਹੀਂ ਹੋ ਰਹੀ ਕਿ ਇਹ ਜਿਹੜਾ 2 ਇੰਡੀਕੇਟ ਕਰਦਾ ਹੈ, ਇਹ ਇੰਡੀਕੇਟ ਕਰ ਰਿਹਾ ਹੈ ਚਿੱਤ ਅਤੇ ਪੱਟ, ਯਾਨੀ ਕਿ ਹੈੱਡ ਅਤੇ ਟੇਲ, ਯਾਨੀ ਕਿ ਸਿੱਕੇ ਦੇ ਪਾਸੇ ਕਿੰਨੇ ਹੈ? 2 ਪਾਸੇ ਹੁੰਦੇ ਆ ਜੀ। ਤਾਂ ਸਾਡਾ ਸੂਤਰ ਕੀ ਬਣ ਗਿਆ? ਇਸ ਕਰਕੇ ਸਿੱਕੇ ਲਈ ਕੁੱਲ ਪਰਿਣਾਮਾਂ ਦੀ ਗਿਣਤੀ ਇਹ ਕੀ ਬਣ ਗਈ ਜੀ ਸਾਡੇ ਕੋਲੇ? 2 ਦੀ ਘਾਤ n, ਯਾਨੀ ਕਿ 2 ਹੈਗਾ ਜੀ। ਸਿੱਕੇ ਦੇ ਪਾਸੇ ਕਿੰਨੇ ਹੈ? ਸਿੱਕੇ ਦੇ ਹਮੇਸ਼ਾ 2 ਹੀ ਪਾਸੇ ਹੁੰਦੇ ਹੈ, ਹੈੱਡ ਜਾਂ ਟੇਲ। ਸਿੱਕੇ ਦੇ ਪਾਸੇ n ਹੁੰਦੀ ਹੈ ਜੀ ਉਛਾਲੇ ਗਏ ਸਿੱਕਿਆਂ ਦੀ ਗਿਣਤੀ। ਮੈਂ ਇੱਥੇ ਲਿਖਣ ਲੱਗਾ ਘਾਤ ਦੇ ਵਿੱਚ
ਉਛਾਲੇ ਗਏ ਸਿੱਕੇ ਜਾਂ ਇੱਕ ਸਿੱਕੇ ਨੂੰ ਜਿੰਨੀ ਵਾਰ ਉਛਾਲਿਆ। ਦੇਖੋ ਜੀ 3 ਸਿੱਕੇ ਉਛਾਲੇ ਸੀ ਤਾਂ ਕੁੱਲ ਮੈਨੂੰ 8 ਪ੍ਰਣਾਮ ਮਿਲੇ ਆ, 2 ਦੀ ਘਾਤ 3। 2 ਸਿੱਕੇ ਉਛਾਲੇ ਆ ਤਾਂ ਕੁੱਲ 4 ਪ੍ਰਣਾਮ ਮਿਲੇ ਆ, 2 ਦੀ ਘਾਤ 2। ਇੱਕ ਸਿੱਕਾ ਉਛਾਲਿਆ ਤਾਂ 2 ਦੀ ਘਾਤ 1, 2 ਪ੍ਰਣਾਮ ਮਿਲੇ ਆ। ਹੋਰ ਉਦਾਹਰਨ ਦੇਖੋ ਕੁੱਲ ਪ੍ਰਣਾਮਾਂ ਲਈ। ਮੰਨ ਲਵੋ ਜੀ ਮੈਂ ਇੱਕ ਲੂਡੋ ਦਾ ਪਾਸਾ, ਹਿੰਦੀ ਵਿੱਚ ਇਹਨੂੰ ਪਾਂਸਾ ਵੀ ਕਹਿ ਦਿੰਦੇ ਆ, ਉਸ ਦੇ ਉੱਤੇ ਦੇਖਿਓ ਇੱਕ ਪਾਸਾ ਉਛਾਲਣ ਉੱਤੇ ਪ੍ਰਾਪਤ ਕੁੱਲ ਪ੍ਰਣਾਮ ਕਿਹੜੇ ਕਿਹੜੇ ਮਿਲੇ ਆ ਜੀ? 1 2 3 4 5 ਤੇ 6। ਇਹਨਾਂ ਨੂੰ ਸਮੂਹ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ ਕਰਲੀ ਬ੍ਰੈਕਟ ਯੂਜ਼ ਕਰਕੇ। ਇੰਗਲਿਸ਼ ਦੇ ਵਿੱਚ ਸੈਂਪਲ ਸਪੇਸ ਵੀ ਕਹਿ ਦਿੱਤੀ ਜਾਂਦੀ ਹੈ ਜੀ। ਜਿਹੜੇ ਕੁੱਲ ਪ੍ਰਣਾਮ ਹੁੰਦੇ ਆ ਨਾ, ਕੁੱਲ ਨਤੀਜੇ ਜਿਹੜੇ ਪ੍ਰਾਪਤ ਕੀਤੇ ਜਾਂਦੇ ਆ, ਉਹਨਾਂ ਨੂੰ ਅੰਗਰੇਜ਼ੀ ਦੇ ਕੈਪੀਟਲ ਅੱਖਰ ਐਸ ਦੇ ਨਾਲ ਵੀ ਡਿਨੋਟ ਕੀਤਾ ਜਾਂਦਾ ਹੈ ਅਤੇ ਇਹਨੂੰ ਬੋਲਿਆ ਜਾਂਦਾ ਹੈ ਜੀ ਸੈਂਪਲ ਸਪੇਸ। ਠੀਕ ਹੈ ਜੀ, ਇਹਨਾਂ ਸਾਰਿਆਂ ਦਾ ਜਿਹੜਾ ਸੈੱਟ ਬਣ ਜਾਂਦਾ ਹੈ ਸੈਂਪਲ ਸਪੇਸ ਬੋਲਿਆ ਜਾਂਦਾ ਹੈ, ਕੈਪੀਟਲ ਐਸ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ। ਔਰ ਕੱਲਾ ਕੱਲਾ ਪ੍ਰਣਾਮ ਕਰਲੀ ਬ੍ਰੈਕਟ ਦੇ ਰੂਪ ਵਿੱਚ ਕੱਲਾ ਕੱਲਾ ਐਲੀਮੈਂਟ ਨੋਟ ਕਰਕੇ ਪਾ ਦਿੱਤਾ ਜਾਂਦਾ ਜੀ ਇਸ ਵਿੱਚ। ਆਓ ਹੁਣ ਦੇਖੀਏ, ਜੇ ਮੈਂ ਮੰਨ ਲਵੋ 2 ਪਾਸੇ ਉਛਾਲਦਾ, 2 ਪਾਸੇ ਉਛਾਲਣ 'ਤੇ ਪ੍ਰਾਪਤ ਕੁੱਲ ਪ੍ਰਣਾਮ ਕਿੰਨੇ ਹੋਣਗੇ ਜੀ? ਇਹਨਾਂ ਦੀ ਗਿਣਤੀ ਕਿੰਨੀ ਆਈ ਹੈ ਜੀ? 6। 6 ਨੂੰ ਲਿਖ ਲਾਂ 6 ਦੀ ਘਾਤ 1। ਅੱਛਾ, ਹੁਣ ਮੈਂ 2 ਪਾਸੇ ਉਛਾਲਣ ਲੱਗਾ ਜੀ। ਨੋਟ ਕਰੋ ਮੇਰੇ ਕੋਲ ਕੀ ਹੋਏਗਾ। ਇਹਦਾ ਸੌਖਾ ਮੈਥਡ ਹੈ ਜੀ, ਤੁਸੀਂ ਗਿਣਤੀ ਨੂੰ ਇਸ ਤਰੀਕੇ ਨਾਲ ਨੋਟ ਕਰੋ। ਪਹਿਲੇ ਪਾਸੇ ਦੇ ਉੱਤੇ 1 2 3 4 5 6, ਦੂਸਰੇ ਪਾਸੇ 'ਤੇ 1 2 3 4 5 6। ਹੁਣ ਇਹ ਤੁਹਾਡਾ ਪਹਿਲਾ ਪਾਸਾ ਔਰ ਇਹ ਦੂਸਰਾ ਪਾਸਾ ਦੇ ਉੱਪਰ ਆ ਰਹੀ ਸੰਖਿਆ ਨੋਟ ਕੀਤੀ ਜਾ ਰਹੀ ਹੈ। ਪਹਿਲੇ ਪਾਸੇ 'ਤੇ 1 ਆਇਆ, ਦੂਜੇ 'ਤੇ ਵੀ 1 ਆ ਗਿਆ। ਪਹਿਲੇ 'ਤੇ 1, ਦੂਸਰੇ 'ਤੇ 2, ਪਹਿਲੇ 'ਤੇ 1, ਦੂਸਰੇ 'ਤੇ 3, 1 ਦੇ ਨਾਲ 4, 1 ਦੇ ਨਾਲ 5, 1 ਦੇ ਨਾਲ 6। ਇਸੇ ਤਰੀਕੇ ਨਾਲ ਪਹਿਲੇ 'ਤੇ 2, ਫਿਰ 1 2 2 2 3 2 4 2 5 2 6। ਇਸੇ ਤਰੀਕੇ ਨਾਲ 3 ਦੇ ਨਾਲ 1 3 2 3 3 3 4 3 5 3 6। 4 ਦੇ ਨਾਲ 1 4 2 4 3 4 4 4 5 4 6। ਉਸੇ ਤਰੀਕੇ ਨਾਲ ਪਹਿਲੇ ਸਿੱਕੇ ਪਾਸੇ 'ਤੇ 5 ਆਇਆ, ਦੂਜੇ 'ਤੇ 1, ਪਹਿਲੇ 'ਤੇ 5, ਦੂਸਰੇ 'ਤੇ 2, 5 3 5 4 5 5 ਤੇ 5 6। ਇੱਧਰ ਕੋਮੇ ਲਗਾਉਣ ਦੀ ਲੋੜ ਨਹੀਂ, ਇਹਨਾਂ ਨੂੰ ਆਪਾਂ ਅਲੱਗ-ਅਲੱਗ ਹੀ ਰਹਿਣ ਦਿੰਦੇ ਹਾਂ ਜੀ। ਠੀਕ ਹੈ ਜੀ, ਤੁਸੀਂ ਸਾਰਣੀ ਬਣਾਉਣਾ ਚਾਹੋ ਤਾਂ ਇਸ ਤਰੀਕੇ ਨਾਲ ਸਾਰਣੀ ਬਣ ਸਕਦੀ ਹੈ। ਲਓ ਜੀ, ਇਹ ਮੈਂ ਅਲੱਗ-ਅਲੱਗ ਕਰਕੇ ਲਿਖਤੇ। ਸਾਰਣੀ ਦੇ ਰੂਪ ਦੇ ਵਿੱਚ ਤੁਹਾਨੂੰ ਥੋੜ੍ਹਾ ਸੌਖਿਆ ਪਤਾ ਲੱਗ ਜਾਏਗਾ ਜੀ ਇਸ ਚੀਜ਼ ਦਾ। ਜਿਹੜੇ ਮੈਂ 2 ਪਾਸੇ ਉਛਾਲੇ ਹੈ, ਪਹਿਲੇ ਸਿੱਕੇ 'ਤੇ ਜਿਹੜੀ ਸੰਖਿਆ ਆ ਰਹੀ ਹੈ ਉਹਨੂੰ ਮੈਂ ਪਹਿਲੇ ਸਥਾਨ 'ਤੇ ਰੱਖਤਾ, ਦੂਸਰੇ ਸਿੱਕੇ ਵਾਲੀ ਸੰਖਿਆ ਦੂਸਰੇ ਸਥਾਨ 'ਤੇ। ਤਾਂ ਪਹਿਲੇ ਸਿੱਕੇ ਪਾਸੇ 'ਤੇ 6 ਆਇਆ ਜੀ, ਦੂਸਰੇ ਪਾਸੇ 'ਤੇ 1 ਆਇਆ। 6 ਨਾਲ 1, 6 ਨਾਲ 2, 6 ਨਾਲ 3, 6 ਨਾਲ 4, 6 ਨਾਲ 5 ਅਤੇ 6 ਨਾਲ 6। ਹੁਣ ਇਹਨਾਂ ਦੀ ਗਿਣਤੀ ਕਰਕੇ ਦੇਖੋ ਜੀ, 6 ਗੁਣਾ 6 36 ਹੋ ਗਏ ਜੀ ਇਹਨਾਂ ਦੀ ਗਿਣਤੀ। ਤਾਂ ਗਿਣਤੀ ਆ ਗਈ ਹੈ ਜੀ 36। ਨੋਟ ਕਰੋ, ਇਹ 6 ਦੀ ਪਾਵਰ 2 ਹੈ। ਇਹਦਾ ਮਤਲਬ ਜਿਸ ਤਰ੍ਹਾਂ ਮੈਨੂੰ ਇੱਕ ਸਿੱਕੇ ਦੇ ਲਈ ਕੁੱਲ ਪ੍ਰਣਾਮਾਂ ਦਾ ਫਾਰਮੂਲਾ ਲੱਭਿਆ ਸੀ 2 ਦੀ ਘਾਤ n, ਤਾਂ ਉਸ ਕਰਕੇ ਪਾਸੇ ਲਈ ਕੁੱਲ ਪ੍ਰਣਾਮ ਇਹਨਾਂ ਦਾ ਸੂਤਰ ਮਿਲ ਗਿਆ ਜੀ 6 ਦੀ ਘਾਤ n। ਯਾਨੀ ਕਿ 6 ਸੀ। ਪਾਸਾ ਸਿੱਟਣ ਦੇ ਉੱਤੇ ਜਿਹੜੀਆਂ ਸੰਖਿਆਵਾਂ ਉਹਦੇ ਫੇਸਿਸ ਦੇ ਉੱਤੇ ਮਿਲਦੀਆਂ, ਯਾਨੀ ਕਿ ਪਾਂਸੇ ਦੇ ਪਾਸੇ 6 ਹੁੰਦੇ ਆ ਜੀ, ਜਿਨ੍ਹਾਂ ਦੇ ਉੱਤੇ ਗਿਣਤੀ ਲਿਖੀ ਹੁੰਦੀ ਹੈ 1 ਤੋਂ ਲੈ ਕੇ 6 ਤੱਕ। ਅਤੇ ਇਹ ਸੀ ਘਾਤ ਹੈ ਇਹਨਾਂ ਦੀ ਸੁੱਟੇ ਗਏ ਪਾਂਸਿਆਂ ਦੀ ਗਿਣਤੀ। ਆਪਾਂ ਇਹਨੂੰ ਪਾਂਸੇ ਦੇ ਨਾਲ ਡਿਨੋਟ ਕਰ ਦਿੰਦੇ ਹਾਂ ਜੀ।
ठीक है जी। तो हुण उस तो बाद असी गल कर रहे सी जी, ये तो कुल परिणामां दे अंतर्गत असी उदाहरण लई है कुल परिणाम। तो असी गल कर रहे सी हुण अनुकूल परिणाम किहड़े हुंदे आ। तो अनुकूल परिणाम यानी कि साडी पसंद के परिणाम किहड़े होणगे जी। फॉर एग्जाम्पल जिस तरह एक सिक्का उछालिया जी, सिक्के दे उत्ते या हैड या टेल दोहां चों जे एक सिक्का है तो हैड या टेल चों एक चीज़ मैनू पसंद आएगी। इस तरीके नाल जे मैं दो सिक्के उछालां, दो सिक्के, तो दो सिक्के उछालण दे विच मैनू की होएगा, या तो मैनू सिर्फ एक हैड चाहिए, तो उस केस च मेरे को की आएगा हैड टेल या टेल हैड। या मैनू चाहिए जी घट्टो घट एक हैड, घट्टो घट एक हैड आवे, वध भी आ सकती है, यानी कि हैड टेल या टेल हैड या दोने हैड। इस तरीके नाल जे मैं लिखा सिर्फ एक टेल तो उहदा मतलब हैड दे नाल टेल या टेल दे नाल हैड आ जी। तो जे मैं लिखा वध तो वध दो टेल, मतलब वध तो वध दो टेल आन, हो सकता है कोई टेल ना आवे, दोने हैड आ जान, या एक टेल आ जाए तो या दोने टेल आ जान। यानी कि इस केस च चारे दे चारे जिहड़े मेरे कुल परिणाम है वो अनुकूल परिणाम भी बन चुकी है। ये मैं एक उदाहरण लैके दसी है कि कई बार प्रश्न विच आ जाता है कि सिर्फ एक हैड आना चाहिए, तो तुसी इहदे जिहड़े कुल परिणाम लए सी उन्हां दे विचों लभो किहड़े किहड़े परिणाम नतीजे इहो ਜਿਹੇ है जिन्हां दे विच सिर्फ एक हैड आया HT ते TH, तो वो मेरे अनुकूल परिणाम बन गए। फिर कहता जी घट्टो घट एक हैड आवे, तो घट्टो घट एक हैड मतलब एक तो वध भी आ सकता है, तो HH HT ते TH मैं ये केस डिस्कस कीते है। ये सिर्फ तुहाडी उदाहरण लई सिक्के दे उछालण वजों जिहड़े परिणाम है उन्हां चों अपनी पसंद के परिणाम किहड़े हो सकते हैं वो तुहाडे नाल डिस्कस कीते है। अच्छा हुण होर देखो, आपां अनुकूल परिणामां नूं ही अगे एक्सपेंड करते हैं जी। पांसे एक पांसे दे केस विच अनुकूल परिणामां दियां उदाहरणां बई ये किहड़ियां हो सकदियां। अच्छा हुण नोट करियो, पांसे दे उत्ते मेरे को 1 2 3 4 5 6 तक कुल 6 संख्यावां दा समूह मिलिया सी। इस नूं आपां कैपीटल S दे नाल डिनोट करता, जिन्हों सैंपल स्पेस 20 कह दिंदे आ। हो सकता है मैनू अनुकूल परिणाम पूछे कि टांक संख्या आने की संभावना दसो, तो हुण मेरी पसंद के परिणाम किहड़े है टांक संख्यावां वाले। टांक मैंने वो कली दियां संख्यावां जिहड़ियां 2 दे पहाड़े ते नहीं वंडियां जांदियां, 1 3 ते 5। इस तरीके नाल जिसत संख्या पुछ लवे तो 2 4 ते 6 जिहड़ियां संख्यावां 2 दे पहाड़े उत्ते जांदियां। ते जे मैनूं पुछे ना भाज ते ना अभाज, अजिही संख्या जिहदा सिर्फ एक गुणनखंड होवे, वो कल्ला एका खुद आप ही हुंदा है, ये होर किसी पहाड़े ते नहीं जांदा। ते जे मैनूं पुछे कि अभाज संख्या आवे, यानी कि जिहदे सिर्फ 2 गुणनखंड होण, या तो एक ते संख्या जावे या अपने आप ते, तो वो इन्हां दे विचों 2 3 ते 5 3 जने होणगे। भाज संख्या यानी कि अजिहियां संख्यावां जिन्हां दे गुणनखंडां की गिणती 2 तो वध होवे, जिवें 4 अते 6 है। हुण देखो 4 किहड़े पहाड़े ते जाएगा, 1 उत्ते 4 उत्ते ते 2 उत्ते, 2 तो वध गए ना गुणनखंड, 1 2 ते 4 3 गुणनखंड लभ गए, तो यह भाज संख्या है। इस तरह 6 1 2 3 6 दे पहाड़े उत्ते जांदा है, यानी कि यह भी भाज संख्या होगी क्योंकि ये गुणनखंडां की गिणती 2 तो वधेरे है। तो इत्थे एक केस डिस्कस करना जरूरी बनता है कि कई बार इत्थे पुछ लैंदा है कि अभाज ना होवे, अभाज नहीं, तो हुण नोट करो 2 3 5 अभाज है, तो तुसी 2 3 ते 5 छड्ड दो, बाकी तुहानूं की नज़र आ रहा है 1 4 6, तो ये तिन्ने संख्यावां तुहाड़ियां अनुकूल परिणाम होणगे। हालांकि एक ना तो भाज है ना अभाज है, पर ऐतकी मैनूं पुछिआ
ਅਭਾਜ ਸੰਖਿਆ ਨਾ ਹੋਵੇ ਤਾਂ ਅਭਾਜ ਇਕੱਲਾ 2 3 ਤੇ 5 ਨੂੰ ਹੀ ਛੱਡਾਂਗਾ ਮੈਂ। ਤੇ ਹੁਣ ਇਸੇ ਤਰੀਕੇ ਨਾਲ ਜੇ ਮੈਨੂੰ ਕਹੇ ਕਿ ਭਾਜ ਸੰਖਿਆ ਨਾ ਹੋਵੇ ਤਾਂ ਇਹਨਾਂ ਵਿੱਚੋਂ ਨੋਟ ਕਰੋ ਜੀ ਭਾਜ ਸੰਖਿਆ ਕਿਹੜੀ ਕਿਹੜੀ ਨਹੀਂ। 1 2 3 ਤੇ 5। ਕਈ ਵਾਰ ਇਸ ਤਰ੍ਹਾਂ ਪੁੱਛ ਲੈਂਦਾ ਹੈ 4 ਜਾਂ 4 ਤੋਂ ਵਧੇਰੇ ਸੰਖਿਆ। ਤਾਂ ਦੇਖੋ ਜੀ ਜਾਂ ਤਾਂ 4 ਆਵੇ ਜਾਂ 4 ਤੋਂ ਵੱਡੀ ਸੰਖਿਆ, ਫਿਰ 4 5 6 ਹੈ। ਜੇ ਪੁੱਛ ਲਵੇ 6 ਤੋਂ ਵੱਡੀ ਸੰਖਿਆ, ਹੁਣ ਦੇਖੋ ਜੀ ਲੂਡੋ ਦੇ ਡਾਈਸ ਦੇ ਉੱਤੇ ਸਭ ਤੋਂ ਵੱਡੀ ਸੰਖਿਆ ਹੀ 6 ਹੁੰਦੀ ਹੈ। ਫਿਰ 6 ਤੋਂ ਵੱਡੀ ਸੰਖਿਆ ਕੀ ਆਏਗੀ? ਸੰਭਵ ਨਹੀਂ, ਕਿਉਂਕਿ ਲੂਡੋ ਦੇ ਪਾਂਸੇ ਉੱਤੇ 6 ਤੋਂ ਵੱਡੀ ਸੰਖਿਆ ਨਹੀਂ ਹੁੰਦੀ। ਠੀਕ ਹੈ ਜੀ। ਅੱਛਾ, ਜੇ ਪੁੱਛ ਲਏ 3 ਤੋਂ ਘੱਟ ਤਾਂ 1 ਤੇ 2 ਜਾਣੇ ਹੀ ਹੈ ਜਿਹੜੇ 3 ਤੋਂ ਘੱਟ ਹੁੰਦੇ ਆ। ਜੇ ਪੁੱਛ ਲਏ 5 ਜਾਂ 5 ਤੋਂ ਘੱਟ, 5 ਜਾਂ 5 ਤੋਂ ਘੱਟ, 5 ਤੋਂ ਘੱਟ ਵਾਲੀਆਂ ਸੰਖਿਆਵਾਂ ਦੇਖੋ ਜੀ ਕਿਹੜੀਆਂ ਕਿਹੜੀਆਂ ਹੋ ਸਕਦੀਆਂ? 1 2 3 4। ਹੁਣ ਇੱਥੇ ਉਹਨੇ ਕਿਹਾ ਜਾਂ ਤਾਂ 5 ਆਵੇ ਜਾਂ 5 ਤੋਂ ਘੱਟ ਆਵੇ। 5 ਤੋਂ ਘੱਟ ਵਾਲੀਆਂ ਸੰਖਿਆਵਾਂ ਤਾਂ ਮੈਂ ਲੈ ਚੁੱਕਿਆ ਤੇ 5 ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ ਕਿਉਂਕਿ 5 ਵੀ ਆ ਸਕਦਾ ਹੈ। ਤਾਂ ਇਹ ਮੈਂ ਕੁਝ ਤੁਹਾਨੂੰ ਉਦਾਹਰਨ ਦਿੱਤੀ ਹੈ ਵੀ ਇੱਕ ਪਾਂਸੇ ਦੇ ਕੇਸ 'ਚ ਅਨੁਕੂਲ ਪਰਿਣਾਮ ਕਿਹੜੇ ਕਿਹੜੇ ਹੋ ਸਕਦੇ ਆ। ਤੇ ਕਈ ਵਾਰੀ ਇਸ ਤਰ੍ਹਾਂ ਆ ਜਾਂਦਾ ਜੀ 2 ਪਾਂਸੇ ਵੇਲੇ ਅਨੁਕੂਲ ਪਰਿਣਾਮਾਂ ਦੀਆਂ ਉਦਾਹਰਨਾਂ। ਫਿਰ ਦੇਖੋ ਜੀ ਕਿਹੜੀਆਂ ਉਦਾਹਰਨਾਂ? ਉਹ ਕਹਿ ਦਿੰਦਾ ਹੈ ਕਿ ਦੋਵੇਂ ਪਾਂਸਿਆਂ ਉੱਤੇ ਆਈਆਂ ਸੰਖਿਆਵਾਂ ਦਾ ਜੋੜ ਆਪਾਂ ਚਲੋ 6 ਹੋਵੇ। ਤਾਂ ਹੁਣ ਨੋਟ ਕਰੋ ਜੋੜ 6 ਕਦੋਂ ਬਣੇਗਾ? ਜਾਂ ਤਾਂ 1 ਤੇ 5 ਦੇ ਨਾਲ, ਜਾਂ ਇਸ ਦਾ ਉਲਟਾ 5 ਤੇ 1, 2 ਤੇ 4 ਦੇ ਨਾਲ, ਜਾਂ ਇਸ ਦਾ ਉਲਟਾ 4 ਤੇ 2 ਦੇ ਨਾਲ, ਜਾਂ 3 ਤੇ 3 ਦੇ ਨਾਲ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਤੁਸੀਂ ਸੰਖਿਆਵਾਂ ਲੈਣੀਆਂ ਹੁੰਦੀਆਂ। ਜਾਂ ਦੋਵੇਂ ਪਾਂਸਿਆਂ 'ਤੇ ਆਈਆਂ ਸੰਖਿਆਵਾਂ ਦਾ ਗੁਣਨਫਲ 5 ਹੋਵੇ ਤਾਂ ਦੋ ਹੀ ਕੇਸ ਹੈ, 1 5 ਤੇ 5 1। ਇਹਨਾਂ ਦੀ ਗੁਣਾ ਕਰਕੇ ਦੇਖੋ 1 ਗੁਣਾ 5 ਜਾਂ 5 ਗੁਣਾ 1, ਗੁਣਨਫਲ 5 ਆਵੇਗਾ। ਤਾਂ ਇਹ ਕੁਝ ਉਦਾਹਰਨਾਂ ਤੁਹਾਨੂੰ ਦੱਸੀਆਂ ਗਈਆਂ ਸੀ ਇਹਨਾਂ ਦੀਆਂ। ਆਓ ਹੁਣ ਆਪਾਂ ਤਾਸ਼ ਦੇ ਪੱਤਿਆਂ ਦੀ ਸੰਰਚਨਾ ਦਾ ਧਿਆਨ ਕਰੀਏ। ਕਿਸੇ ਵੀ ਤਾਸ਼ ਦੇ ਕੁੱਲ ਪੱਤੇ ਹੁੰਦੇ ਆ ਜੀ 52। ਉਹਨਾਂ ਵਿੱਚੋਂ 26 ਪੱਤਿਆਂ ਦਾ ਰੰਗ ਲਾਲ ਹੁੰਦਾ ਤੇ 26 ਪੱਤਿਆਂ ਦਾ ਰੰਗ ਹੁੰਦਾ ਜੀ ਕਾਲਾ। ਜਿਹੜੇ ਲਾਲ ਰੰਗ ਦੇ ਪੱਤੇ ਹੈ ਅੱਗੇ ਫਿਰ 13 ਦੇ 2 ਹਿੱਸਿਆਂ 'ਚ ਵੰਡੇ ਹੁੰਦੇ ਆ ਤੇ ਕਾਲੇ ਰੰਗ ਦੇ ਪੱਤੇ ਵੀ 13 ਦੇ 2 ਹਿੱਸਿਆਂ 'ਚ ਵੰਡੇ ਹੁੰਦੇ ਆ। ਇਹਨਾਂ ਨੂੰ ਬੋਲਿਆ ਜਾਂਦਾ ਜੀ ਸਵੀਟ, ਇੰਗਲਿਸ਼ ਦੇ ਵਿੱਚ ਸਵੀਟ ਕਹਿੰਦੇ ਆ ਜੀ। ਹੁਣ ਲਾਲ ਰੰਗ ਦੇ ਜਿਹੜੇ 26 ਪੱਤੇ ਆ ਉਹਨਾਂ ਵਿੱਚੋਂ 13 ਪੱਤਿਆਂ ਦੇ ਉੱਤੇ ਤੁਸੀਂ ਇਹ ਵਾਲਾ ਨਿਸ਼ਾਨ ਬਣਿਆ ਦੇਖੋਗੇ, ਇਸ ਨੂੰ ਕਹਿੰਦੇ ਆ ਜੀ ਪਾਨ ਦਾ ਪੱਤਾ, ਇੰਗਲਿਸ਼ ਵਿੱਚ ਬੋਲਦੇ ਆ ਜੀ ਹਾਰਟ। ਤੇ ਬਾਕੀ ਦੇ 13 ਪੱਤਿਆਂ 'ਤੇ ਇਹ ਨਿਸ਼ਾਨ ਬਣਿਆ ਹੁੰਦਾ ਹੈ, ਇਹਨੂੰ ਬੋਲਦੇ ਆ ਜੀ ਇੱਟ ਦਾ ਪੱਤਾ ਜਾਂ ਡਾਇਮੰਡ। ਇਸੇ ਤਰੀਕੇ ਨਾਲ ਜਿਹੜੇ 26 ਪੱਤੇ ਕਾਲੇ ਰੰਗ ਦੇ ਹੈ ਉਹਨਾਂ 'ਚੋਂ 13 ਪੱਤਿਆਂ ਦੇ ਉੱਤੇ ਜਿਨ੍ਹਾਂ 'ਤੇ ਇਹ ਨਿਸ਼ਾਨ ਬਣਿਆ ਹੋਏਗਾ ਉਹਨਾਂ ਨੂੰ ਕਹਿੰਦੇ ਆ ਜੀ ਹੁਕਮ ਦਾ ਪੱਤਾ। ਇਸ ਨਿਸ਼ਾਨ ਵਾਲੇ ਚਿੜੀ ਦੇ ਪੱਤੇ ਇੰਗਲਿਸ਼ ਵਿੱਚ ਬੋਲਦੇ ਆ ਜੀ ਕਲੱਬ ਕਾ। ਹੁਣ ਨੋਟ ਕਰੋ ਤੁਹਾਡੇ ਕੋਲੇ ਏ ਵਾਲੇ ਪੱਤਿਆਂ ਦੀ ਗਿਣਤੀ ਵੀ 4 ਹੈ। 2 ਪੱਤੇ ਲਾਲ ਰੰਗ ਦੇ ਹੈ, ਉਹਨਾਂ ਵਿੱਚੋਂ ਇੱਕ ਪਾਨ ਦਾ, ਇੱਕ ਇੱਟ ਵਾਲਾ। 2 ਪੱਤੇ ਏ ਦੇ ਕਾਲੇ ਰੰਗ ਦੇ ਹੈ ਜਿਨ੍ਹਾਂ 'ਚੋਂ ਇੱਕ ਹੁਕਮ ਦਾ, ਇੱਕ ਚਿੜੀ ਦਾ। ਯਾਨੀ ਕਿ ਤੁਹਾਡੇ ਕੋਲੇ ਤਾਸ਼ ਵਿੱਚ ਏ ਵਾਲੇ ਵੀ ਕੁੱਲ 4 ਪੱਤੇ ਹੈ, 2 ਵਾਲੇ ਵੀ ਕੁੱਲ 4 ਪੱਤੇ ਹੋਣਗੇ, 3 4 5 ਤੋਂ ਲੈ ਕੇ 10 ਤੱਕ ਹਰੇਕ ਪੱਤਾ 4-4 ਵਾਰ ਆਇਆ ਹੋਏਗਾ। ਤੇ ਜੇ ਵਾਲੇ ਵੀ ਕੁੱਲ 4 ਪੱਤੇ, ਕਿਊ ਵਾਲੇ ਵੀ 4 ਪੱਤੇ, ਕੇ ਵਾਲੇ ਵੀ 4 ਪੱਤੇ। ਇਹ ਜਿਹੜੇ 4 ਪੱਤੇ ਹੈ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਕੇ ਵਾਲੇ ਪੱਤਿਆਂ ਦੀ ਗੱਲ ਕਰੀਏ ਤਾਂ ਕੇ ਵਾਲੇ ਕੁੱਲ 4 ਪੱਤੇ ਹੈ ਜਿਨ੍ਹਾਂ 'ਚੋਂ ਇੱਕ ਪੱਤਾ ਪਾਨ ਦਾ ਲਾਲ ਰੰਗ ਦਾ ਹੋਏਗਾ, ਇੱਟ ਦਾ ਇੱਕ ਪੱਤਾ ਉਹ ਵੀ ਲਾਲ ਰੰਗ ਦਾ ਹੋਏਗਾ, ਇੱਕ ਪੱਤਾ ਕਾਲੇ ਰੰਗ ਦਾ ਹੁਕਮ ਦੇ ਵਿੱਚ ਪਿਆ ਹੋਇਆ ਕੇ ਦਾ। ਤੇ ਇਸੇ ਤਰ੍ਹਾਂ
ਚੌਥਾ ਪੱਤਾ ਕੇ ਵਾਲਾ ਕਾਲੇ ਰੰਗ ਦਾ ਚਿੜੀ ਵਾਲੇ ਪੱਤਿਆਂ ਵਿੱਚ ਪਿਆ ਹੋਇਆ। ਪਾਨ ਦੇ ਵਿੱਚ ਵੀ ਕੁੱਲ 13 ਪੱਤੇ, ਇੱਟ ਦੇ ਵਿੱਚ ਵੀ ਕੁੱਲ 13 ਪੱਤੇ, ਹੁਕਮ ਦੇ ਵੀ 13 ਪੱਤੇ ਅਤੇ ਚਿੜੀ ਦੇ ਵੀ 13 ਪੱਤੇ ਹਨ। ਇਹਨਾਂ ਵਿੱਚੋਂ ਨੋਟ ਕਰੋ ਜਿਹੜੇ ਪੱਤਿਆਂ ਦੇ ਉੱਪਰ ਏ ਲਿਖਿਆ ਹੁੰਦਾ ਹੈ ਉਹਨਾਂ ਨੂੰ ਅਸੀਂ ਇੰਗਲਿਸ਼ ਵਿੱਚ ਬੋਲਦੇ ਹਾਂ ਜੀ ਏਸ, ਪੰਜਾਬੀ ਵਿੱਚ ਯੱਕਾ, ਹਿੰਦੀ ਵਿੱਚ ਇੱਕਾ ਵੀ ਕਹਿ ਦਿੰਦੇ ਆ ਉਸ ਨੂੰ। ਜੇ ਤੋਂ ਜੈਕ ਯਾਨੀ ਕਿ ਗੋਲਾ ਜਾਂ ਵਜ਼ੀਰ ਬੋਲਦੇ ਆ। ਕਿਊ ਤੋਂ ਕੁਈਨ ਯਾਨੀ ਕਿ ਰਾਣੀ ਜਾਂ ਬੇਗਮ ਬੋਲਿਆ ਜਾਂਦਾ ਹੈ। ਕੇ ਤੋਂ ਯਾਨੀ ਕਿ ਕਿੰਗ, ਰਾਜਾ ਜਾਂ ਬਾਦਸ਼ਾਹ। ਇੱਕ ਗੱਲ ਨੋਟ ਕਰੋ, ਕਿਸੇ ਤਾਸ਼ ਦੇ ਵਿੱਚ ਜੇ ਕਿਊ ਕੇ ਸਿਰਫ ਇਹਨਾਂ 3 ਪੱਤਿਆਂ ਦੇ ਉੱਤੇ ਹੀ ਫੋਟੋ ਲੱਗੀ ਹੁੰਦੀ ਹੈ, ਚਿੱਤਰ ਛਪਿਆ ਹੁੰਦਾ ਹੈ। ਸੋ ਇਸ ਕਰਕੇ ਜੇ ਵਾਲੇ, ਕਿਊ ਵਾਲੇ, ਕੇ ਵਾਲੇ 4 ਪੱਤੇ 4 ਪੱਤੇ ਅਤੇ 4 ਪੱਤੇ ਯਾਨੀ ਕਿ ਕੁੱਲ 12 ਪੱਤੇ, ਇਹਨਾਂ ਨੂੰ ਚਿੱਤਰ ਪੱਤੇ ਵੀ ਕਿਹਾ ਜਾਂਦਾ ਹੈ। ਔਰ ਦੂਸਰਾ ਨਾਮ ਇਹਨਾਂ ਦਾ ਹੈ ਜੀ ਅਦਾਲਤੀ ਪੱਤੇ। ਹੁਣ ਦੇਖੋ, ਵਜ਼ੀਰ ਨੇ ਅਦਾਲਤ ਦੇ ਵਿੱਚ ਆਇਆ ਮਾਮਲਾ ਰਾਜੇ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। ਰਾਜਾ ਉਸ ਦੇ ਉੱਪਰ ਫੈਸਲਾ ਦਿੰਦਾ ਹੈ ਅਤੇ ਰਾਣੀ ਉਸ ਦਾ ਫੈਸਲਾ ਸੁਣ ਰਹੀ ਹੁੰਦੀ ਹੈ। ਸੋ ਜੇ ਕਿਊ ਕੇ ਇਹਨਾਂ ਅੱਖਰਾਂ ਵਾਲੇ ਪੱਤਿਆਂ ਨੂੰ ਅਦਾਲਤੀ ਪੱਤੇ ਜਾਂ ਚਿੱਤਰ ਪੱਤੇ ਵੀ ਕਿਹਾ ਜਾਂਦਾ ਹੈ। ਹੁਣ ਇੱਕ ਗੱਲ ਨੋਟ ਕਰੋ, ਤਾਸ਼ ਦੇ ਵਿੱਚ 4 ਕੇ ਵਾਲੇ ਪੱਤੇ, 4 ਕਿਊ ਵਾਲੇ ਪੱਤੇ ਅਤੇ 4 ਪੱਤੇ ਹੀ ਜੇ ਵਾਲੇ ਹੁੰਦੇ ਆ, ਯਾਨੀ ਕਿ ਕੁੱਲ 12 ਪੱਤੇ ਅਜਿਹੇ ਹੈ ਜਿਨ੍ਹਾਂ ਦੇ ਉੱਤੇ ਚਿੱਤਰ ਛਪਿਆ ਹੁੰਦਾ ਹੈ ਜਾਂ ਇਹ ਅਦਾਲਤੀ ਪੱਤੇ ਹੈ। ਸੋ ਇਹਨਾਂ ਨੂੰ ਅਦਾਲਤੀ ਪੱਤੇ ਜਾਂ ਚਿੱਤਰ ਪੱਤੇ ਕਹਿ ਦਿੱਤਾ ਜਾਂਦਾ ਹੈ। ਹੁਣ ਪਿੱਛੇ ਬਾਕੀ ਕਿੰਨੇ ਪੱਤੇ ਬਚੇ ਜਿਨ੍ਹਾਂ ਉੱਤੇ ਕੋਈ ਚਿੱਤਰ ਨਹੀਂ ਛਪਿਆ, ਯਾਨੀ ਕਿ ਚਿੱਤਰ ਤੋਂ ਬਗੈਰ ਪੱਤੇ। ਕੁੱਲ ਪੱਤੇ 52 ਵਿੱਚੋਂ 12 ਘਟਾ ਲਓ ਜੀ, 40 ਪੱਤੇ ਅਜਿਹੇ ਹੈ ਜਿਨ੍ਹਾਂ ਉੱਤੇ ਕੋਈ ਵੀ ਚਿੱਤਰ ਨਹੀਂ ਛਪਿਆ। ਅੱਛਾ, ਹੁਣ ਇਹਨਾਂ ਬਾਰੇ ਵੀ ਨੋਟ ਕਰੋ। ਜਿਸ ਤਰ੍ਹਾਂ ਪਾਨ ਦੇ ਵਿੱਚ 3 ਪੱਤੇ ਅਜਿਹੇ ਹੈ ਜਿਨ੍ਹਾਂ ਉੱਤੇ ਚਿੱਤਰ ਛਪਿਆ ਹੁੰਦਾ ਜੇ ਕਿਊ ਕੇ। ਇਸੇ ਤਰ੍ਹਾਂ ਇੱਟ ਦੇ ਵਿੱਚ ਵੀ ਜੇ ਕਿਊ ਕੇ, ਹੁਕਮ ਵਿੱਚ ਵੀ ਜੇ ਕਿਊ ਕੇ ਅਤੇ ਚਿੜੀ ਵਿੱਚ ਵੀ ਜੇ ਕਿਊ ਕੇ ਪੱਤੇ ਆਏ ਹੁੰਦੇ ਆ। ਜਿਹੜਾ ਏ ਹੈ, ਏਸ ਯਾਨੀ ਕਿ ਯੱਕਾ, ਇਹਨੂੰ ਅੱਜ ਕੱਲ੍ਹ 15-20 ਸਾਲ ਹੋ ਚੁੱਕੇ ਆ ਜੀ, ਚਿੱਤਰ ਪੱਤੇ ਦੇ ਉਹ ਬਾਹਰ ਕੱਢ ਦਿੱਤਾ ਗਿਆ, ਯਾਨੀ ਕਿ ਏ ਨੂੰ ਚਿੱਤਰ ਪੱਤਾ ਨਹੀਂ ਲਿਆ ਜਾਂਦਾ, ਨਾ ਹੀ ਅਦਾਲਤੀ ਪੱਤਾ ਨਾ ਹੀ ਚਿੱਤਰ ਪੱਤਾ ਕਿਹਾ ਜਾਂਦਾ ਹੈ। ਸਿਰਫ ਏ ਨੂੰ ਚਿੱਤਰ ਪੱਤਿਆਂ ਦੇ ਅੰਤਰਗਤ ਸਿਰਫ ਜੇ ਕਿਊ ਕੇ ਆਉਂਦੇ ਹੈ। ਅੱਛਾ, ਆਓ ਹੁਣ ਅਸੀਂ ਸੰਭਾਵਨਾ ਦੇ ਪ੍ਰਸ਼ਨ ਹੱਲ ਕਰਨ ਦੇ ਲਈ ਥੋੜ੍ਹਾ ਜਿਹਾ ਯਾਦ ਰੱਖਣ ਵਾਲਾ ਕੰਮ ਲਿਖ ਕੇ ਦੇਖਦੇ ਹਾਂ ਜੀ। ਪਹਿਲਾਂ ਸੂਤਰ ਲਿਖਦੇ ਹਾਂ। ਕਿਸੇ ਵੀ ਸੰਖਿਆ ਦੀ ਸੰਭਾਵਨਾ ਯਾਨੀ ਕਿ ਪ੍ਰੋਬੇਬਿਲਿਟੀ, ਕੋਈ ਘਟਨਾ ਈ, ਉਹਦਾ ਫਾਰਮੂਲਾ ਹੈ ਜੀ ਅਨੁਕੂਲ ਪਰਿਣਾਮ ਜਾਂ ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟਾ ਕੁੱਲ ਪਰਿਣਾਮਾਂ ਦੀ ਗਿਣਤੀ। ਦੂਸਰਾ ਫਾਰਮੂਲਾ ਜਿਹੜਾ ਤੁਸੀਂ ਯਾਦ ਰੱਖਣਾ ਹੈ, ਮੰਨ ਲਓ ਕਿਸੇ ਘਟਨਾ ਨੇ ਵਾਪਰਨਾ ਹੈ ਜਾਂ ਕਿਸੇ ਘਟਨਾ ਨੇ ਨਹੀਂ ਵਾਪਰਨਾ, ਤਾਂ ਇਹਨਾਂ ਦੋਹਾਂ ਦੇ ਕੁੱਲ ਪਰਿਣਾਮਾਂ ਦਾ ਜੋੜ 1 ਹੁੰਦਾ ਹੈ। ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ਪ੍ਰੋਬੇਬਿਲਿਟੀ ਕਿਸੇ ਘਟਨਾ ਈ ਦੀ ਅਤੇ ਪ੍ਰੋਬੇਬਿਲਿਟੀ ਕਿਸੇ ਘਟਨਾ ਈ ਬਾਰ, ਈ ਡੈਸ਼ ਜਾਂ ਈ ਬਾਰ ਵੀ ਕਹਿ ਦਿੱਤਾ ਜਾਂਦਾ, ਯਾਨੀ ਕਿ ਈ ਦਾ ਕੰਪਲੀਮੈਂਟ। ਇਹਦਾ ਮਤਲਬ ਹੁੰਦਾ ਕਿ ਇਵੈਂਟ ਈ ਨਹੀਂ ਵਾਪਰੇਗਾ। ਇਹਨਾਂ ਦੋਹਾਂ ਦਾ ਜੋੜ 1 ਹੁੰਦਾ। ਤੀਸਰੇ ਨੰਬਰ 'ਤੇ ਜਿਹੜੀ ਘਟਨਾ ਨੇ ਵਾਪਰਨਾ ਨਾ ਹੋਵੇ ਉਸ ਨੂੰ ਬੋਲਦੇ ਆ ਜੀ ਅਸੰਭਵ ਘਟਨਾ, ਤਾਂ ਉਹਦੀ ਸੰਭਾਵਨਾ 0 ਹੁੰਦੀ ਹੈ। ਫੋਰ ਐਗਜ਼ਾਮਪਲ, ਮੇਰੇ ਕੋਲ ਇੱਕ ਬੈਗ ਦੇ ਵਿੱਚ ਸਫੈਦ ਰੰਗ ਦੀਆਂ ਗੇਂਦਾਂ ਹੈ, ਤਾਂ ਵਿੱਚੋਂ ਲਾਲ ਰੰਗ ਦੀ ਗੇਂਦ ਕੱਢਣ ਦੀ ਸੰਭਾਵਨਾ, ਲਾਲ ਰੰਗ ਦੀ ਤਾਂ ਗੇਂਦ ਹੀ ਹੈ ਨਹੀਂ। ਸੋ ਜਿੰਨੇ ਵਾਰ ਮਰਜ਼ੀ ਮੈਂ ਟਰਾਇਲ ਲੈ ਲਾਂ ਜੀ, ਵਿੱਚੋਂ ਲਾਲ ਬੋਲ ਆ ਹੀ ਨਹੀਂ ਸਕਦੀ, ਉਹਦੀ ਸੰਭਾਵਨਾ ਫਿਰ ਅਸੰਭਵ ਘਟਨਾ 0 ਹੋਏਗੀ। ਅਤੇ ਜਿਹੜੀ ਘਟਨਾ ਨੇ ਵਾਪਰਨਾ ਹੀ ਵਾਪਰਨਾ ਹੋਵੇ, ਯਕੀਨੀ ਘਟਨਾ, ਉਹਦੀ ਸੰਭਾਵਨਾ ਹਮੇਸ਼ਾ 1 ਹੁੰਦੀ ਹੈ। ਯਾਦ ਰੱਖੋ, ਸ਼ਿਓਰ ਇਵੈਂਟ ਯਾਨੀ ਕਿ ਯਕੀਨੀ ਘਟਨਾ, ਉਹਦੀ ਸੰਭਾਵਨਾ 1 ਹੋਏਗੀ। ਅਸੰਭਵ ਘਟਨਾ ਯਾਨੀ ਕਿ ਇੰਪੋਸੀਬਲ ਇਵੈਂਟ, ਉਹਦੀ ਸੰਭਾਵਨਾ 0 ਹੋਏਗੀ। ਹੁਣ ਯਕੀਨੀ ਘਟਨਾ ਦੀ ਇੱਕ ਉਦਾਹਰਨ ਦੇਖ ਲਓ। ਥੈਲੇ ਵਿੱਚ ਸਫੈਦ ਬੋਲਾਂ ਪਾਈਆਂ ਜੀ 5, ਉਹਨਾਂ ਵਿੱਚੋਂ ਇੱਕ ਬੋਲ ਕੱਢੀ ਗਈ ਹੈ ਅਤੇ ਉਹਦਾ ਰੰਗ ਸਫੈਦ ਹੋਵੇ, ਜਦ ਥੈਲੇ ਵਿੱਚ ਹੈ ਹੀ ਸਿਰਫ ਕੱਲੀਆਂ ਸਫੈਦ ਗੇਂਦਾਂ, ਅਤੇ ਜਿਹੜੀ ਮਰਜ਼ੀ ਬੋਲ ਕੱਢੋਗੇ ਉਹਦਾ ਰੰਗ ਸਫੈਦ ਹੀ ਮਿਲੇਗਾ, ਯਾਨੀ ਕਿ ਇਹ ਯਕੀਨੀ ਘਟਨਾ ਹੈ, ਇਹਦੀ ਸੰਭਾਵਨਾ 1 ਹੁੰਦੀ ਹੈ। ਇੱਕ ਸਭ ਤੋਂ ਇੰਪੋਰਟੈਂਟ ਸੂਤਰ ਜਿਹੜਾ ਧਿਆਨ ਦੇਣ ਵਾਲਾ ਹੈ, ਕਿਸੇ ਵੀ ਘਟਨਾ ਦੀ ਸੰਭਾਵਨਾ 0 ਤੋਂ ਵੱਡੀ ਹੁੰਦੀ ਹੈ ਜਾਂ 0 ਦੇ ਬਰਾਬਰ ਹੁੰਦੀ ਹੈ, ਪਰ 1 ਤੋਂ ਛੋਟੀ ਜਾਂ 1 ਦੇ ਬਰਾਬਰ ਵੀ ਹੋ ਸਕਦੀ ਹੈ।
ਇਹਦਾ ਮਤਲਬ ਕਿ ਕਿਸੇ ਵੀ ਘਟਨਾ ਦੀ ਸੰਭਾਵਨਾ ਨੈਗੇਟਿਵ ਨਹੀਂ ਹੁੰਦੀ ਤੇ ਨਾ ਹੀ ਇੱਕ ਤੋਂ ਵੱਡੀ ਹੁੰਦੀ ਹੈ। ਮਤਲਬ ਇੱਕ ਤੋਂ ਛੋਟੀ ਤੇ ਜ਼ੀਰੋ ਤੋਂ ਵੱਡੀ, ਜਾਂ ਇੱਕ ਦੇ ਬਰਾਬਰ ਤੇ ਜ਼ੀਰੋ ਦੇ ਬਰਾਬਰ ਵੀ ਹੋ ਸਕਦੀ ਹੈ। ਬਾਕੀ ਇਹਨਾਂ ਦੇ ਵਿਚਕਾਰ ਹੋਣਾ ਜ਼ਰੂਰੀ ਹੈ ਜੀ, ਜ਼ੀਰੋ ਤੋਂ ਇੱਕ ਦੇ ਵਿਚਕਾਰ, ਜਿਸ ਵਿੱਚ ਜ਼ੀਰੋ ਤੇ ਇੱਕ ਦੋਵੇਂ ਮੁੱਲ ਸ਼ਾਮਿਲ ਹੋਣਗੇ ਜੀ। ਤੁਸੀਂ ਪ੍ਰਸ਼ਨ ਹੱਲ ਕਰਨ ਦੇ ਲਈ ਸਿਰਫ ਇਹ ਸੂਤਰ ਯਾਦ ਰੱਖਣੇ ਆ ਜੀ। ਆਓ ਹੁਣ ਆਪਾਂ ਇਸ ਵਾਰ ਪ੍ਰਸ਼ਨ ਹੱਲ ਕਰਾਂਗੇ।